ਉਹ ਕਿਹੜੀ ਚੀਜ਼ ਸੀ ਜੋ ਤੁਹਾਨੂੰ ਮੁਹੰਮਦ ਰਫੀ ਸਾਹਿਬ ਦੇ ਬਹੁਤ ਕਰੀਬ ਲੈ ਕੇ ਆ ਗਈ? ਫਿਰ ਮੁਹੰਮਦ ਰਫੀ ਸਾਹਿਬ ਹੀ ਕਿਉਂ, ਕੋਈ ਹੋਰ ਕਿਉਂ ਨਹੀਂ? ਹੀ ਸੋ ਵਰਸਟਾਈਲ ਸਿੰਗਰ ਕਿ ਉਹਨਾਂ ਦੀ ਮਖਮਲੀ ਆਵਾਜ਼, ਅੰਦਾਜ਼ ਉਹਨਾਂ ਦਾ, ਮੈਂ ਬਹੁਤ ਪ੍ਰਭਾਵਿਤ ਹੋਇਆ, ਬਹੁਤ ਕਾਇਲ ਹੋਇਆ। ਹਾਲਾਂਕਿ ਸਾਰੇ ਸਿੰਗਰ ਆਪਣੀ ਥਾਂ ਮੁਕਾਮ ਰੱਖਦੇ ਨੇ, ਬਹੁਤ ਵਧੀਆ ਗਾਇਕ ਕਲਾਕਾਰ ਨੇ ਸਾਰੇ, ਕਿਸ਼ੋਰ ਕੁਮਾਰ, ਮੁਕੇਸ਼, ਮੰਨਾ ਡੇ ਸਾਹਿਬ, ਸਾਰੇ ਵਧੀਆ ਕਲਾਕਾਰ ਨੇ। ਲੇਕਿਨ ਕੁਛ ਗੀਤਾਂ ਨੇ ਮੇਰੇ ਦਿਲ 'ਤੇ ਇਸ ਕਦਰ ਅਸਰ ਕੀਤਾ ਕਿ ਮੈਂ ਉਦੋਂ ਗੁਣਗੁਣਾਉਣਾ ਸ਼ੁਰੂ ਕਰ ਦਿੱਤਾ ਰਫੀ ਸਾਹਿਬ ਨੂੰ ਕਿ ਯਾਰ ਇਹ ਤਾਂ ਬੰਦਾ ਕਮਾਲ ਹੈ, ਕਿ ਉਹਨਾਂ ਦਾ ਹਰ ਗੀਤ ਬਾ ਕਮਾਲ ਹੈ। ਜਿਹੜਾ ਮਰਜ਼ੀ ਗੀਤ ਤੁਸੀਂ ਸੁਣ ਲਓ, ਭਾਵੇਂ ਉਹ ਰੋਮਾਂਟਿਕ ਹੈ, ਸੈਡ ਹੈ, ਅਤੇ ਚੁਲਬੁਲੇ ਗੀਤ ਨੇ, ਈਵਨ ਕਿ ਉਹਨਾਂ ਨੇ ਕਾਮੇਡੀ ਗੀਤ ਵੀ ਬੜੇ ਗਾਏ ਹੈ। ਹਰ ਦੇ ਉਹਨਾਂ ਨੇ ਆਪਣੇ ਗਲੇ ਦੀ ਹਰਕਤ ਦੀ ਜਿਹੜੀ ਆ ਵਰਤੋਂ ਕੀਤੀ ਹੈ। ਸੰਸਥਾ ਦਾ ਮਕਸਦ ਕੀ ਸੀਗਾ, ਕਿਉਂ ਇਹ ਸ਼ੁਰੂ ਕੀਤੀ ਹੈ? ਸੰਸਥਾ ਦੀ ਜਿਹੜੀ ਉਮਰ ਹੈ ਉਹ 17-18 ਸਾਲ ਪੁਰਾਣੀ ਹੈ। ਅੱਛਾ। ਪਹਿਲਾਂ ਅਸੀਂ ਪੰਜਾਬੀ ਸੱਭਿਆਚਾਰ ਨੂੰ ਬੜੋਤਰੀ ਦੇਣ ਵਾਲੇ ਹੈ ਨਾ, ਉਸ ਤਰ੍ਹਾਂ ਦੇ ਪੰਜਾਬੀ ਗੀਤਾਂ ਦੇ ਪ੍ਰੋਗਰਾਮ, ਜਾਂ ਜਿਨ੍ਹਾਂ ਨੇ ਕਿਸੇ ਫੀਲਡ ਦੇ ਵਿੱਚ ਕੋਈ ਨਾਮਣਾ ਖਟਿਆ, ਉਹਨਾਂ ਨੂੰ ਸਨਮਾਨਿਤ ਕਰਨ ਦੇ ਅਸੀਂ ਬਹੁਤ ਪ੍ਰੋਗਰਾਮ ਕੀਤੇ। ਲੇਕਿਨ 2-3 ਸਾਲਾਂ ਬਾਅਦ ਜਿਉਂ ਪਬਲਿਸਿਟੀ ਹੋਈ, ਸੰਸਥਾ ਦਾ ਨਾਂ ਹੋਇਆ, ਲੋਕਾਂ ਨੂੰ ਪਤਾ ਲੱਗਣ ਲੱਗਿਆ ਕਿ ਇਸ ਤਰ੍ਹਾਂ ਦਾ ਕੰਪੀਟੀਸ਼ਨ ਪਟਿਆਲੇ 'ਚ ਸ਼ੁਰੂ ਹੋਇਆ, ਤਾਂ ਸਾਡੀ ਖੁਸ਼ੀ ਇੰਨੀ ਵੱਧ ਗਈ ਕਿ ਜ਼ਿਆਦਾ ਜਿਹੜੇ ਨੌਜਵਾਨ ਲੜਕੇ ਲੜਕੀਆਂ ਸੀ, ਉਹ ਜਿਹੜੇ ਪੁਰਾਣੇ ਗੀਤ ਸੀ ਰਫੀ ਸਾਹਿਬ ਦੇ ਦੌਰ ਦੇ, ਉਸ ਵੇਲੇ ਦੇ, ਉਹ ਗਾਉਣ ਲਈ ਇੰਨੇ ਅੱਗੇ ਆਏ ਕਿ ਜਿਹੜੇ ਮੀਡੀਓਕਰ ਸੀ, ਜਿਹੜੇ ਜਾਂ ਮੋਰ ਦੈਨ 50 ਈਅਰਸ ਸਿੰਗਰ ਸੀ, ਉਹ ਘੱਟ ਗਏ ਅਤੇ ਯੰਗ ਲੜਕੇ ਲੜਕੀਆਂ ਵੱਧ ਗਏ। ਉਹ ਜਿਹੜਾ ਸੁਨਹਿਰੀ ਯੁੱਗ ਸੀ ਗੀਤਾਂ ਦਾ, ਉਹਦਾ ਆਪਣਾ ਮਾਹੌਲ ਸੀ। ਲੇਕਿਨ ਮੈਂ ਇਹ ਕਹਿਣਾ ਚਾਹਾਂਗਾ ਕਿ ਉਸ ਯੁੱਗ ਦੇ ਜਿਹੜੇ ਗੀਤ ਸਨ ਉਹ ਰਹਿੰਦੀ ਦੁਨੀਆ ਤੱਕ ਰਹਿਣੇ ਨੇ। ਜਦੋਂ ਤੱਕ ਇਹ ਧਰਤੀ ਹੈ, ਚੰਦ ਹੈ, ਰਫੀ ਸਾਹਿਬ ਦਾ ਨਾਮ ਔਰ ਉਹ ਗੀਤ ਲੋਕ, ਉਹਨਾਂ ਦੇ ਸ਼ੈਦਾਈ, ਕਰੋੜਾਂ ਜਿਹੜੇ ਸ਼ੈਦਾਈ ਨੇ, ਉਹ ਗੁਣਗੁਣਾਉਂਦੇ ਰਹਿਣਗੇ। दिल का सोना साज तराना ढूंढेगा, मुझको मेरे बाद ਜ਼ਮਾਨਾ ढूंढेगा। ਇਹ ਗੀਤ ਸਾਨੂੰ ਉਹਨਾਂ ਗੀਤਾਂ ਦੇ ਸੁਨਹਿਰੀ ਯੁੱਗ ਵਿੱਚ ਲੈ ਜਾਂਦਾ ਹੈ ਜਦੋਂ ਗੀਤਾਂ ਦੇ ਅਲਫਾਜ਼ ਸਾਡੇ ਦਿਲਾਂ 'ਚ ਸਿੱਧੇ ਉਤਰ ਜਾਂਦੇ ਸਨ ਅਤੇ ਉਸ ਨੂੰ ਗਾਉਣ ਵਾਲੇ ਦੀ ਆਵਾਜ਼ ਰੱਬ ਦੀ ਆਵਾਜ਼ ਬਣ ਜਾਂਦੀ ਸੀ। ਇਹ ਉਹ ਗੀਤ ਹੈ ਜੋ ਸਾਡੇ ਦਿਲ ਵਿੱਚ ਅੱਜ ਵੀ ਮੁਹੰਮਦ ਰਫੀ ਸਾਹਿਬ ਦੀ ਯਾਦ ਤਾਜ਼ਾ ਕਰ ਦਿੰਦਾ ਹੈ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਸਾਹਿਬਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਅਤੇ ਅੱਜ ਇਸ ਪ੍ਰੋਗਰਾਮ 'ਚ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਉਸ ਸ਼ਖਸੀਅਤ ਦੇ ਨਾਲ ਜਿਨ੍ਹਾਂ ਦੀ ਦਮਦਾਰ ਆਵਾਜ਼ ਰੇਡੀਓ 'ਤੇ ਸੁਣਨ ਲਈ ਲੋਕ ਹਮੇਸ਼ਾ ਇੰਤਜ਼ਾਰ ਕਰਦੇ ਨੇ। ਜੇ ਉਹਨਾਂ ਦੇ ਤਾਰੂਫ ਦੇ ਵਿੱਚ ਮੈਂ ਕੁਝ ਹੋਰ ਕਹਾਂ ਅਤੇ ਜੇਕਰ ਲੋਕ ਉਹਨਾਂ ਦੀ ਆਵਾਜ਼ ਦੇ ਦੀਵਾਨੇ ਨੇ ਤਾਂ ਉਹ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਦੀਵਾਨੇ ਤੇ ਪਰਵਾਨੇ ਨੇ। ਜੀ ਹਾਂ, ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਾਡੇ ਅੱਜ ਦੇ ਖਾਸ ਮਹਿਮਾਨ ਆਲ ਇੰਡੀਆ ਰੇਡੀਓ ਦੇ ਸੀਨੀਅਰ ਅਨਾਊਂਸਰ ਪਰਮਜੀਤ ਸਿੰਘ ਪਰਵਾਨਾ ਜੀ ਦਾ, ਜਿਨ੍ਹਾਂ ਦੇ ਸਰੋਤੇ, ਜਿਨ੍ਹਾਂ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ। ਸੋ ਪਹਿਲਾਂ ਸਵਾਗਤ ਕਰਦੇ ਹਾਂ ਅਤੇ ਫਿਰ ਅੱਗੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਕਰਾਂਗੇ। ਸੋ ਸਭ ਤੋਂ ਪਹਿਲਾਂ ਸਰ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਸਾਹਿਬਾ ਜੀ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਗਲੋਬਲ ਪੰਜਾਬ ਚੈਨਲ ਨੇ ਮੈਨੂੰ ਕੁਝ ਗੱਲਾਂ, ਦਿਲ ਦੀਆਂ ਗੱਲਾਂ, ਕੁਝ ਰਫੀ ਸਾਹਿਬ ਬਾਰੇ ਗੱਲਾਂ ਕਰਨ ਦਾ ਮੈਨੂੰ ਮੌਕਾ ਫਰਾਹਮ ਕੀਤਾ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਾਂਗੇ ਕਿ ਆਉਣ ਵਾਲੀ 31 ਜੁਲਾਈ ਨੂੰ ਮੁਹੰਮਦ ਰਫੀ ਸਾਹਿਬ ਦੀ ਬਰਸੀ ਹੈ ਅਤੇ ਇਸ ਮੌਕੇ ਪਿਛਲੇ 10 ਸਾਲਾਂ ਤੋਂ ਲਗਾਤਾਰ ਪਰਵਾਨਾ ਜੀ ਵੱਲੋਂ ਇੱਕ ਸੰਗੀਤਿਕ ਮੁਕਾਬਲਿਆਂ ਦਾ ਪ੍ਰੋਗਰਾਮ ਜਿਹੜਾ ਉਹ ਲੀਕਿਆ ਜਾਂਦਾ ਹੈ। ਸੋ ਇਸ ਵਾਸਤੇ ਉਹਨਾਂ ਨੇ ਇੱਕ ਸੰਸਥਾ ਦਾ ਵੀ ਗਠਨ ਕੀਤਾ ਹੈ ਜਿਸ ਦਾ ਨਾਂ ਹੈ ਦ ਰਾਮਗੜੀਆ ਕਲਚਰਲ ਐਂਡ ਵੈਲਫੇਅਰ ਕਾਉਂਸਿਲ। ਸੋ ਇਸ ਬਾਰੇ ਗੱਲਾਂ ਬਾਤਾਂ ਵੀ ਕਰਾਂਗੇ, ਉਹਨਾਂ ਦੇ ਪ੍ਰੋਗਰਾਮ ਬਾਰੇ ਕੁਝ ਜਾਣਾਂਗੇ ਕਿ ਇੰਨੇ ਸਾਲਾਂ ਤੋਂ ਲਗਾਤਾਰ ਉਹ ਮਿਹਨਤ ਕਰਦੇ ਆ ਰਹੇ ਨੇ ਇਸ ਕੰਪੀਟੀਸ਼ਨਸ ਨੂੰ ਲੈ ਕੇ, ਅਤੇ ਇਸ ਵਾਰ ਦੇ ਕੀ ਪਲਾਨਸ ਨੇ ਅਤੇ ਕਿਸ ਤਰ੍ਹਾਂ ਮੁਹੰਮਦ ਰਫੀ ਸਾਹਿਬ ਦੇ ਉਹ ਫੈਨ ਬਣੇ, ਦੀਵਾਨੇ ਬਣੇ, ਪਰਵਾਨੇ ਬਣੇ। ਇਹ ਸਭ ਅੱਜ ਇਸ ਪ੍ਰੋਗਰਾਮ 'ਚ ਗੱਲਾਂ ਬਾਤਾਂ ਕਰਾਂਗੇ ਇਸ ਬਾਰੇ। ਅਤੇ ਸਭ ਤੋਂ ਪਹਿਲਾਂ ਪਰਵਾਨਾ ਜੀ ਇਹ ਪੁੱਛਾਂਗੇ ਕਿ ਤੁਸੀਂ ਕਿਹੜੀ ਚੀਜ਼ ਸੀ ਜਿਹੜੀ ਮੁਹੰਮਦ ਰਫੀ ਸਾਹਿਬ ਦੇ ਤੁਹਾਨੂੰ ਨਜ਼ਦੀਕ ਲੈ ਕੇ ਆਈ, ਅਤੇ ਜੇ ਪੁੱਛੀਏ ਤਾਂ ਮੁਹੰਮਦ ਰਫੀ ਸਾਹਿਬ ਹੀ ਕਿਉਂ, ਕੋਈ ਹੋਰ ਕਿਉਂ ਨਹੀਂ? ਸਾਹਿਬਾ ਜੀ, ਗੱਲ ਇਸ ਤਰ੍ਹਾਂ ਹੈ ਕਿ ਆਲ ਇੰਡੀਆ ਰੇਡੀਓ ਵਿੱਚ ਜਦੋਂ ਮੈਂ ਜੁਆਇਨ ਕੀਤਾ ਬਤੌਰ ਅਨਾਊਂਸਰ,
ਤਾਂ ਗੀਤ ਸੁਣਵਾਉਣੇ ਮੇਰਾ ਕੰਮ ਸੀ ਸਰੋਤਿਆਂ ਨੂੰ ਜੀ। ਅਤੇ ਗੀਤ ਸੁਣਦੇ ਸੁਣਦੇ ਸਾਰੇ ਕਲਾਕਾਰਾਂ ਦੇ ਗੀਤ ਪ੍ਰਸਾਰਿਤ ਕਰਦੇ ਸੀ, ਬ੍ਰਾਡਕਾਸਟ ਕਰਦੇ ਸੀ। ਜੀ। ਅਤੇ ਕਿਸ਼ੋਰ ਕੁਮਾਰ, ਮੰਨਾ ਡੇ, ਮੁਕੇਸ਼ ਜੀ, ਅਤੇ ਕੁਛ ਨਾ ਫੁਰਸਤ ਦੇ ਪਲਾਂ 'ਚ ਮੈਂ ਇਹ 1980 ਦੀ ਗੱਲ ਹੈ, ਫੁਰਸਤ ਦੇ ਪਲਾਂ 'ਚ ਮੈਂ ਨਾ ਬੜਾ ਡਿੱਠ ਕੇ ਥੋੜ੍ਹਾ ਜਿਹਾ ਸੁਣਿਆ ਮੁਹੰਮਦ ਰਫੀ ਸਾਹਿਬ ਨੂੰ। ਜੀ। ਤਾਂ ਮੈਨੂੰ ਲੱਗਿਆ ਕਿ ਹੀ ਇਜ਼ ਸੋ ਵਰਸਟਾਈਲ ਸਿੰਗਰ, ਅਤੇ ਉਹਨਾਂ ਦੀ ਮਖਮਲੀ ਆਵਾਜ਼, ਅੰਦਾਜ਼ ਉਹਨਾਂ ਦਾ, ਮੈਂ ਬਹੁਤ ਪ੍ਰਭਾਵਿਤ ਹੋਇਆ, ਬਹੁਤ ਕਾਇਲ ਹੋਇਆ। ਹਾਲਾਂਕਿ ਸਾਰੇ ਸਿੰਗਰ ਆਪਣੀ ਥਾਂ ਮੁਕਾਮ ਰੱਖਦੇ ਨੇ, ਬਹੁਤ ਵਧੀਆ ਗਾਇਕ ਕਲਾਕਾਰ ਨੇ ਸਾਰੇ, ਕਿਸ਼ੋਰ ਕੁਮਾਰ, ਮੁਕੇਸ਼, ਮੰਨਾ ਡੇ ਸਾਹਿਬ ਸਾਰੇ ਵਧੀਆ ਕਲਾਕਾਰ ਨੇ। ਲੇਕਿਨ ਕੁਛ ਗੀਤਾਂ ਨੇ ਮੇਰੇ ਦਿਲ 'ਤੇ ਇਸ ਕਦਰ ਅਸਰ ਕੀਤਾ ਕਿ ਮੈਂ ਉਦੋਂ ਗੁਣਗੁਣਾਉਣਾ ਸ਼ੁਰੂ ਕਰ ਦਿੱਤਾ ਰਫੀ ਸਾਹਿਬ ਨੂੰ ਕਿ ਯਾਰ ਇਹ ਤਾਂ ਬੰਦਾ ਕਮਾਲ ਹੈ। ਬਸ ਹੌਲੀ ਹੌਲੀ ਉਹਨਾਂ ਪ੍ਰਤੀ ਲਗਨ, ਮੇਰੀ ਸ਼ਿੱਦਤ ਉਹਨਾਂ ਪ੍ਰਤੀ ਦੀਵਾਨਗੀ ਉਹ ਵੱਧਦੀ ਗਈ, ਅਤੇ ਜਿਸ ਦਾ ਸਿੱਟਾ ਹੀ ਹੋਇਆ ਅਸੀਂ ਸੰਸਥਾ ਬਣਾਈ ਅਤੇ ਫਿਰ ਅਸੀਂ ਸਿੰਗਿੰਗ ਕੋਂਟੈਸਟ ਸ਼ੁਰੂ ਕਰਵਾ ਦਿੱਤੇ, ਅਤੇ ਜਿਸ ਦਾ ਹੁਣ ਪੂਰੇ ਉੱਤਰੀ ਭਾਰਤ 'ਚ ਬੜੀ ਚਰਚਾ ਹੈ। ਉਸ ਦਾ ਟਾਈਟਲ ਵੀ ਅਸੀਂ ਇਹੀ ਰੱਖਿਆ, ਮੁਝ ਕੋ ਮੇਰੇ ਬਾਅਦ ਜ਼ਮਾਨਾ ਢੂੰਢੇਗਾ, ਕਿਉਂਕਿ ਅੱਜ ਤੱਕ ਅਸੀਂ ਰਫੀ ਸਾਹਿਬ ਵਰਗਾ ਕੋਈ ਦੂਸਰਾ ਸਿੰਗਰ ਲੱਭ ਰਹੇ ਹਾਂ, ਲੇਕਿਨ ਸਾਨੂੰ ਨਹੀਂ ਲੱਭ ਰਿਹਾ। 2 ਗੀਤ ਰਫੀ ਸਾਹਿਬ ਨੇ ਐਸੇ ਆਪਣੇ ਜਿਉਂਦੇ ਜੀ ਗਾ ਦਿੱਤੇ ਕਿ ਜਿਵੇਂ ਲੱਗਦਾ ਸੀ ਕਿ ਰਫੀ ਸਾਹਿਬ ਪਹਿਲਾਂ ਹੀ ਕਹਿ ਗਏ ਮੇਰੇ ਵਰਗਾ ਤੁਹਾਨੂੰ ਕਦੇ ਨਹੀਂ ਲੱਭਣਾ। ਪਹਿਲਾ ਗੀਤ ਇਹ ਸੀ, ਦਿਲ ਕਾ ਸੂਨਾ ਸਾਜ਼ ਤਰਾਨਾ ਢੂੰਢੇਗਾ, ਮੁਝ ਕੋ ਮੇਰੇ ਬਾਅਦ ਜ਼ਮਾਨਾ ਢੂੰਢੇਗਾ। ਦੂਜਾ ਗੀਤ ਸੀ ਪਗਲਾ ਕਹੀਂ ਕਾ ਫਿਲਮ ਦਾ, ਤੁਮ ਮੁਝੇ ਯੂੰ ਭੁਲਾ ਨਾ ਪਾਓਗੇ, ਜਬ ਕਭੀ ਵੀ ਸੁਣੋਗੇ ਗੀਤ ਮੇਰੇ, ਸੰਗ ਸੰਗ ਤੁਮ ਵੀ ਗੁਣਗੁਣਾਓਗੇ। ਸੋ ਇਹ ਦੋਵੇਂ ਗੀਤ ਜਿਹੜੇ ਸੀ ਬੜੇ ਉਹਨਾਂ ਦੇ ਮਾਸਟਰਪੀਸ ਨੇ, ਔਰ ਅੱਜ ਵੀ ਉਹਨਾਂ ਦੇ ਜਿਹੜੇ ਸ਼ੈਦਾਈ ਨੇ, ਉਹਨਾਂ ਦੇ ਭਗਤ ਨੇ, ਜਾਂ ਅੱਛਾ ਸੰਗੀਤ ਸੁਣਨ ਵਾਲੇ ਜਿਹੜੇ ਲੋਕ ਨੇ, ਉਹਨਾਂ ਦੇ ਮਨਾਂ 'ਚ ਵਸੇ ਹੋਏ ਨੇ। ਤੇ ਫਿਰ ਮੈਂ ਇਹ ਕਹਿ ਸਕਦੀ ਹਾਂ ਕਿ ਜਿਹੜਾ ਤੁਹਾਡੇ ਨਾਮ ਦੇ ਨਾਲ ਪਰਵਾਨਾ ਜੀ ਜੁੜਿਆ ਹੈ, ਇਹ ਇਸੇ ਤੋਂ ਪ੍ਰਭਾਵਿਤ ਹੋ ਕੇ ਜੋੜਿਆ ਗਿਆ ਕਿ ਇਹਦਾ ਕੋਈ ਹੋਰ ਕਾਰਨ ਸੀਗਾ? ਖੈਰ ਚਲੋ, ਮੈਂ ਰਫੀ ਸਾਹਿਬ ਦਾ ਪਰਵਾਨਾ ਔਰ ਦੀਵਾਨਾ ਤਾਂ ਹੈ ਹੀ ਹਾਂ, ਲੇਕਿਨ ਜਿਹੜਾ ਲਫ਼ਜ਼ ਹੈ ਨਾ ਪਰਵਾਨਾ, ਇਹ ਮੇਰਾ ਤਖੱਲੁਸ ਹੈ, ਪੈਨ ਨੇਮ ਹੈ, ਕਿਉਂਕਿ ਮੈਂ ਗੀਤ ਗਜ਼ਲ ਵੀ ਲਿਖਦਾ ਰਿਹਾ, ਸੋ ਇਹ ਮੇਰਾ ਪੈਨ ਨੇਮ ਹੈ। ਲੇਕਿਨ ਇਹ ਗੱਲ ਠੀਕ ਹੈ ਕਿ ਮੈਂ ਪਰਵਾਨਾ ਤਾਂ ਹੈ ਹੀ ਹਾਂ ਰਫੀ ਸਾਹਿਬ ਦਾ, ਦੀਵਾਨਾ ਵੀ ਹਾਂ। ਜੀ ਹਾਂਜੀ, ਮੈਨੂੰ ਲੱਗਦਾ ਹੈ ਕਿ ਇੰਨੀ ਵੱਡੀ ਸ਼ਖਸੀਅਤ ਸਾਡੇ ਨਾਲ ਮੌਜੂਦ ਹੈ, ਜਿਨ੍ਹਾਂ ਨੂੰ ਆਈ ਥਿੰਕ ਪਟਿਆਲਾ ਦੇ ਹੀ ਨਹੀਂ, ਨਾਲ ਲੱਗਦੇ ਸਾਰੇ ਪਿੰਡਾਂ ਦੇ, ਸ਼ਹਿਰਾਂ ਦੇ ਲੋਕ ਵੀ ਜਾਣਦੇ ਨੇ, ਜਿਨ੍ਹਾਂ ਦੀ ਆਵਾਜ਼ ਦੇ ਦੀਵਾਨੇ ਨੇ, ਔਰ ਉੱਪਰੋਂ ਉਹ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਦੀਵਾਨੇ ਹੋਣ, ਔਰ ਉਹਨਾਂ ਦੇ ਗੀਤ ਅਸੀਂ ਉਹਨਾਂ ਕੋਲੋਂ ਨਾ ਸੁਣੀਏ, ਇਹ ਹੋ ਨਹੀਂ ਸਕਦਾ। ਸੋ ਗੀਤ ਤਾਂ ਜ਼ਰੂਰ ਬਣਦਾ ਹੈ। ਅਤੇ ਪਰਵਾਨਾ ਜੀ, ਮੈਂ ਚਾਹੁੰਦੀ ਹਾਂ ਕਿ ਅਜਿਹਾ ਗੀਤ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਮੁਹੰਮਦ ਰਫੀ ਸਾਹਿਬ ਦਾ, ਉਹ ਗਾ ਕੇ ਸੁਣਾਈਏ। ਸਾਹਿਬਾ ਜੀ, ਗੱਲ ਇਹ ਹੈ ਕਿ ਉਹਨਾਂ ਦਾ ਹਰ ਗੀਤ ਬਾ ਕਮਾਲ ਹੈ ਜੀ। ਜਿਹੜਾ ਮਰਜ਼ੀ ਗੀਤ ਤੁਸੀਂ ਸੁਣ ਲਓ, ਭਾਵੇਂ ਉਹ ਰੋਮਾਂਟਿਕ ਹੈ, ਸੈਡ ਹੈ, ਅਤੇ ਚੁਲਬੁਲੇ ਗੀਤ ਨੇ, ਈਵਨ ਕਿ ਉਹਨਾਂ ਨੇ ਕਾਮੇਡੀ ਗੀਤ ਵੀ ਬੜੇ ਗਾਏ ਆ। ਜੀ ਜੀ। ਹਰ ਦੇ ਉਹਨਾਂ ਨੇ ਆਪਣੇ ਗਲੇ ਦੀ ਹਰਕਤ ਦੀ ਜਿਹੜੀ ਆ ਉਹ ਵਰਤੋਂ ਕੀਤੀ ਹੈ ਜੀ। ਲੇਕਿਨ ਇੱਕ ਗੀਤ ਜਿਹੜਾ ਕਿਸੇ ਫਿਲਮ 'ਚ ਰਿਲੀਜ਼ ਨਹੀਂ ਹੋਇਆ, ਉਹ ਫਿਲਮ ਰਿਲੀਜ਼ ਹੀ ਨਹੀਂ ਹੋਈ, ਰਫੀ ਸਾਹਿਬ ਦੇ ਲਾਸਟ ਸੌਂਗਸ ਦੇ ਵਿੱਚੋਂ ਉਹ ਗੀਤ ਹੈ। ਮੈਨੂੰ ਬਹੁਤ ਪਿਆਰਾ ਸੈਡ ਸੌਂਗ ਹੈ, ਉਂਝ ਬਹੁਤ ਪਿਆਰਾ ਲੱਗਦਾ, ਮੈਂ ਕਈ ਵਾਰ ਗਾਉਣਾ ਵੀ ਹਾਂ, ਔਰ ਸ਼ਾਇਦ 31 ਜੁਲਾਈ ਨੂੰ ਵੀ ਗਾਵਾਂਗਾ। ਤੁਸੀਂ ਇਸ ਤਰ੍ਹਾਂ ਸਸਪੈਂਸ ਕ੍ਰੀਏਟ ਕਰ ਰਹੇ ਹੋ, ਮੈਂ ਉਤਾਵਲੀ ਹੋ ਰਹੀ ਹਾਂ ਗੀਤ ਸੁਣਨ ਦੇ ਲਈ। ਜੀ, ਉਹ ਗੀਤ ਹੈ ਜੀ, कैसे कटेगी जिंदगी तेरे बगैर, तेरे बगैर, कैसे कटेगी जिंदगी तेरे बगैर, तेरे बगैर, पाऊंगा हर शय में कमी तेरे बगैर, तेरे बगैर, कैसे कटेगी जिंदगी तेरे बगैर, तेरे बगैर। ओ वाह जी वाह सर, ਤੁਸੀਂ ਇਹ ਗੀਤ ਇੰਨਾ ਵਧੀਆ ਤਰੀਕੇ ਨਾਲ ਗਾਇਆ ਹੈ। ਸੋਚੋ ਕਿ ਜੇ ਅੱਜ ਮੁਹੰਮਦ ਰਫੀ ਸਾਹਿਬ ਸਾਡੇ ਵਿੱਚ ਹੁੰਦੇ
ਤੇ ਉਹ ਕਿਸ ਤਰ੍ਹਾਂ ਦਾ ਆਪਾਂ ਮਤਲਬ ਮਾਹੌਲ ਕਹਿ ਸਕਦੇ ਆ ਜਾਂ ਉਹ ਦੌਰ ਕਿਸ ਤਰ੍ਹਾਂ ਦਾ, ਸ਼ਾਇਦ ਉਹ ਦੌਰ ਫਿਰ ਉਹੀ ਜ਼ਿੰਦਾ ਰਹਿੰਦਾ ਅੱਜ ਵੀ। ਬਿਲਕੁਲ ਸਾਡੀ ਬਦਕਿਸਮਤੀ ਹੈ ਜੀ ਕਿ ਰਫੀ ਸਾਹਿਬ ਦੇ ਜਿਉਂਦੇ ਜੀ ਅਸੀਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕੇ। ਜੀ ਇਹ ਤਮੰਨਾ ਜ਼ਰੂਰ ਉਦਾਸੀ ਰਹੇਗੀ ਕਿ ਕਾਸ਼ ਅਸੀਂ ਰਫੀ ਸਾਹਿਬ ਦੇ ਦਰਸ਼ਨ ਵੀ ਕੀਤੇ ਹੁੰਦੇ ਤੇ ਉਹੀ ਤਸਵੀਰ, ਖੈਰ ਦਰਸ਼ਨ ਉਹਨਾਂ ਦੇ ਨਹੀਂ ਕੀਤੇ ਲੇਕਿਨ ਤਸਵੀਰ ਉਹਨਾਂ ਦੀ ਸਾਡੇ ਮਨ 'ਚ ਅਜੇ ਵੀ ਵਸੀ ਰਹੇਗੀ। ਔਰ ਜਿੱਥੋਂ ਤੱਕ ਮਾਹੌਲ ਦੀ ਗੱਲ ਹੈ, ਉਹ ਜਿਹੜਾ ਸੁਨਹਿਰੀ ਯੁੱਗ ਸੀ ਗੀਤਾਂ ਦਾ, ਉਹਦਾ ਆਪਣਾ ਮਾਹੌਲ ਸੀ। ਲੇਕਿਨ ਮੈਂ ਇਹ ਕਹਿਣਾ ਚਾਹਾਂਗਾ ਕਿ ਉਸ ਯੁੱਗ ਦੇ ਜਿਹੜੇ ਗੀਤ ਸਨ ਉਹ ਰਹਿੰਦੀ ਦੁਨੀਆ ਤੱਕ ਰਹਿਣੇ ਨੇ। ਜਦੋਂ ਤੱਕ ਇਹ ਧਰਤੀ ਹੈ, ਚੰਦ ਹੈ, ਰਫੀ ਸਾਹਿਬ ਦਾ ਨਾਮ ਔਰ ਉਹ ਗੀਤ ਲੋਕ ਉਹਨਾਂ ਦੇ ਸ਼ੈਦਾਈ, ਕਰੋੜਾਂ ਜਿਹੜੇ ਸ਼ੈਦਾਈ ਨੇ ਉਹ ਗੁਣਗੁਣਾਉਂਦੇ ਰਹਿਣਗੇ। ਅੱਜ ਦੇ ਗੀਤਾਂ ਦੀ ਮੈਂ ਇਹ ਨਹੀਂ ਕਹਿੰਦਾ ਕਿ ਅੱਜ ਦੇ ਬਹੁਤੇ ਗੀਤ ਵੀ ਸਾਰੇ ਹੀ ਮਾੜੇ ਨੇ, ਗੀਤ ਸਭ ਠੀਕ ਨੇ, ਲੇਕਿਨ ਇਹ ਥੋੜ੍ਹ ਚਿਰੀ ਦੇ ਨੇ। ਇਹਨਾਂ ਦੀ ਜਿਹੜੀ ਮਿਆਦ ਹੈ ਨਾ ਇਹਨਾਂ ਗੀਤਾਂ ਦੀ, ਉਹ ਬਹੁਤ ਥੋੜ੍ਹੀ ਹੈ। ਤੁਸੀਂ ਲਾ ਲਓ ਕਿ 2-3 ਮਹੀਨੇ ਇੱਕ ਗੀਤ ਵੱਧ ਤੋਂ ਵੱਧ ਤੁਹਾਡੀ ਜ਼ੁਬਾਨ 'ਤੇ ਰਹਿੰਦਾ ਅਤੇ ਉਸ ਤੋਂ ਬਾਅਦ ਭੁੱਲ ਭੱਲ ਜਾਂਦੇ ਨੇ ਲੋਕ ਉਸ ਗੀਤ ਨੂੰ। ਲੇਕਿਨ ਇਹ ਜਿਹੜੇ ਗੀਤ ਨੇ ਸੁਨਹਿਰੀ ਯੁੱਗ ਦੇ, ਰਫੀ ਸਾਹਿਬ ਦੇ ਗਾਏ ਹੋਏ, ਹੋਰਨਾਂ ਸਿੰਗਰਸ ਦੇ ਗਾਏ ਹੋਏ, ਇਹ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਦਿਲਾਂ 'ਚ ਰਹਿਣਗੇ। ਪਰ ਇੱਕ ਖਾਸ ਗੱਲ ਇਹਨਾਂ ਗੀਤਾਂ ਦੀ ਹੋਰ ਵੀ ਹੈ ਕਿ ਅੱਜ ਵੀ ਉੱਦਾਂ ਹੀ ਤਰੋ ਤਾਜ਼ਾ ਜ਼ਰੂਰ ਨੇ ਇਹ ਗੀਤ। ਜੀ ਉਹ ਗੱਲ ਕਰ ਲੈਂਦੇ ਹਾਂ ਤੁਹਾਡੀ ਜਿਹੜੀ ਸੰਸਥਾ ਹੈ ਜਿਸ ਦੇ ਤੁਸੀਂ ਪ੍ਰੈਜ਼ੀਡੈਂਟ ਵੀ ਹੋ, ਦ ਰਾਮਗੜੀਆ ਕਲਚਰਲ ਐਂਡ ਵੈਲਫੇਅਰ ਕਾਊਂਸਿਲ ਦੇ, ਔਰ ਇਹ ਸੰਸਥਾ ਪਿਛਲੇ 10 ਸਾਲਾਂ ਤੋਂ ਲਗਾਤਾਰ ਮੁਹੰਮਦ ਰਫੀ ਸਾਹਿਬ ਦੀ ਜਿਹੜੀ ਬਰਸੀ ਹੈ ਉਸ ਦੇ ਮੌਕੇ ਕੰਪੀਟੀਸ਼ਨ ਕਰਵਾਉਂਦੀ ਆ ਰਹੀ ਹੈ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਸੰਸਥਾ ਦਾ ਮਕਸਦ ਕੀ ਸੀਗਾ, ਕਿਉਂ ਇਹ ਸ਼ੁਰੂ ਕੀਤੀ ਗਈ ਸੀ? ਅਸਲ 'ਚ ਸਾਹਿਬਾ ਜੀ ਇਹ 10 ਸਾਲ ਤਾਂ ਸਾਨੂੰ ਸਿੰਗਿੰਗ ਕੰਪੀਟੀਸ਼ਨ ਕਰਵਾਉਂਦਿਆਂ ਹੋ ਗਏ ਨਾ। ਸੰਸਥਾ ਦੀ ਜਿਹੜੀ ਉਮਰ ਹੈ ਉਹ 17-18 ਸਾਲ ਪੁਰਾਣੀ ਹੈ। ਅੱਛਾ। ਪਹਿਲਾਂ ਅਸੀਂ ਪੰਜਾਬੀ ਸੱਭਿਆਚਾਰ ਨੂੰ ਬੜੌਤਰੀ ਦੇਣ ਵਾਲੇ ਹੈ ਨਾ, ਉਸ ਤਰ੍ਹਾਂ ਦੇ ਪੰਜਾਬੀ ਗੀਤਾਂ ਦੇ ਪ੍ਰੋਗਰਾਮ, ਜਾਂ ਜਿਨ੍ਹਾਂ ਨੇ ਕਿਸੇ ਫੀਲਡ ਦੇ ਵਿੱਚ ਕੋਈ ਨਾਮਣਾ ਖਟਿਆ, ਉਹਨਾਂ ਨੂੰ ਸਨਮਾਨਿਤ ਕਰਨ ਦੇ ਅਸੀਂ ਬਹੁਤ ਪ੍ਰੋਗਰਾਮ ਕੀਤੇ। ਫਿਰ ਮਨ 'ਚ ਖਿਆਲ ਆਇਆ, ਕਿਉਂਕਿ ਸ਼ਰਧਾ ਤਾਂ ਮੁਹੰਮਦ ਰਫੀ ਸਾਹਿਬ ਪ੍ਰਤੀ ਹੈ ਹੀ ਸੀ, ਅਤੇ ਮਨ 'ਚ ਆਇਆ ਕਿ ਕਿਉਂ ਨਾ ਅਸੀਂ ਉਹ ਜਿਹੜੇ ਬਾਕਮਾਲ ਗੀਤ ਨੇ ਨੌਜਵਾਨ ਪੀੜ੍ਹੀ ਨੂੰ ਵੀ ਉਸ ਨਾਲ ਜੋੜੀਏ। ਅਤੇ ਪਹਿਲੇ 1-2 ਸਾਲ ਤਾਂ ਸਾਨੂੰ ਬਹੁਤ ਨਮੋਸ਼ੀ ਜਿਹੀ ਹੋਈ, ਕਿਉਂਕਿ ਯੰਗ ਜਿਹੜੇ ਲੜਕੇ ਲੜਕੀਆਂ ਸੀ ਉਹ ਇਹ ਗੀਤ ਗਾਉਣ ਲਈ ਅੱਗੇ ਹੀ ਨਹੀਂ ਆਏ, ਜਾਂ ਮੀਡੀਓਕਰ ਆਏ, ਜਾਂ ਮੋਰ ਦੈਨ 50 years old ਸੀ ਉਹ ਆਏ। ਲੇਕਿਨ 2-3 ਸਾਲਾਂ ਬਾਅਦ ਜਿਉਂ ਪਬਲਿਸਿਟੀ ਹੋਈ, ਸੰਸਥਾ ਦਾ ਨਾਂ ਹੋਇਆ, ਲੋਕਾਂ ਨੂੰ ਪਤਾ ਲੱਗਣ ਲੱਗਿਆ ਕਿ ਇਸ ਤਰ੍ਹਾਂ ਦਾ ਕੰਪੀਟੀਸ਼ਨ ਪਟਿਆਲੇ 'ਚ ਸ਼ੁਰੂ ਹੋਇਆ, ਤਾਂ ਸਾਡੀ ਖੁਸ਼ੀ ਇੰਨੀ ਵੱਧ ਗਈ ਕਿ ਜ਼ਿਆਦਾ ਜਿਹੜੇ ਨੌਜਵਾਨ ਲੜਕੇ ਲੜਕੀਆਂ ਸੀ ਉਹ ਜਿਹੜੇ ਪੁਰਾਣੇ ਗੀਤ ਸੀ ਰਫੀ ਸਾਹਿਬ ਦੇ ਦੌਰ ਦੇ, ਉਸ ਵੇਲੇ ਦੇ, ਉਹ ਗਾਉਣ ਲਈ ਇੰਨੇ ਅੱਗੇ ਆਏ ਕਿ ਜਿਹੜੇ ਮੀਡੀਓਕਰ ਸੀ, ਜਿਹੜੇ ਜਾਂ ਮੋਰ ਦੈਨ 50 years ਸਿੰਗਰ ਸੀ, ਉਹ ਘਟ ਗਏ ਅਤੇ ਯੰਗ ਲੜਕੇ ਲੜਕੀਆਂ ਵੱਧ ਗਏ। ਯਾਨੀ ਇੰਨਾ ਪ੍ਰਭਾਵ ਛੱਡ ਦਿੱਤਾ ਇਹਨਾਂ ਨੇ। ਅਤੇ ਹੁਣ ਸਾਡੇ ਅਜੇ ਵੀ ਉਸੇ ਤਰ੍ਹਾਂ ਹੀ ਹੈ। ਬੇਸ਼ੱਕ ਅਸੀਂ ਕੋਵਿਡ ਕਰਕੇ ਪਿਛਲੇ 2 ਸਾਲਾਂ ਤੋਂ ਪ੍ਰੋਗਰਾਮ ਨਹੀਂ ਕਰ ਸਕੇ, ਲੇਕਿਨ ਜਦੋਂ 10ਵਾਂ ਪ੍ਰੋਗਰਾਮ ਕੀਤਾ ਸੀ ਉਹਦੇ 'ਚ ਵੀ ਯੰਗ ਲੜਕੇ ਅਤੇ ਲੜਕੀਆਂ ਨੇ ਬਹੁਤ ਉਤਸ਼ਾਹਿਤ ਹੋ ਕੇ ਭਾਗ ਲਿਆ ਸੀ। ਜੀ ਹਮੇਸ਼ਾ ਕੁਛ ਨਾ ਕੁਛ ਇੱਦਾਂ ਦਾ ਹੁੰਦਾ ਕਿ ਜਦੋਂ ਆਪਾਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਾਂ ਜਾਂ ਸਿਰਜਦੇ ਹਾਂ ਅਤੇ ਉਹ ਇੰਨਾ ਲੰਮਾ ਸਮਾਂ ਲੈਣਾ, ਜਿਸ ਤਰ੍ਹਾਂ ਕਿ 10 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ, ਤੁਸੀਂ ਦੱਸਿਆ 17-18 ਸਾਲ ਹੋ ਗਿਆ, ਔਰ ਚੈਲੰਜਿਸ ਕੀ ਤੁਸੀਂ ਫੇਸ ਕੀਤੇ? ਕਿਉਂਕਿ ਇਹ ਸਵਾਲ ਜ਼ਰੂਰ ਬਣਦਾ ਹੈ, ਕਿਸ ਤਰ੍ਹਾਂ ਦੇ ਚੈਲੰਜਿਸ ਤੁਹਾਡੇ ਲਈ ਰਹੇ ਇਸ ਨੂੰ, ਕਿਉਂਕਿ ਇੰਨਾ ਲੰਬਾ ਸਮਾਂ ਉਹਨੂੰ ਲੈ ਕੇ ਆਉਣਾ ਔਰ ਉਸੇ ਪੋਪੂਲੈਰਿਟੀ ਦੇ ਨਾਲ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਅਤੇ ਕਿਸ ਤਰ੍ਹਾਂ ਤੁਸੀਂ ਉਸ ਸਕਸੈਸ, ਕੀ ਸੀਕਰੇਟ ਹੈ ਉਸ ਸਕਸੈਸ ਨੂੰ ਮੇਨਟੇਨ ਕਰਨ ਦੇ ਲਈ? ਦੇਖੋ, ਜਦੋਂ ਵੀ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਨਾ, ਉਹ ਸ਼ੁਰੂ ਦੇ ਵਿੱਚ ਜਿਹੜੀਆਂ ਨੇ ਤੁਹਾਨੂੰ ਸਮੱਸਿਆਵਾਂ ਆਉਂਦੀਆਂ ਨੇ, ਉਹਦੇ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਲੇਕਿਨ ਮੇਨ ਜਿਹੜੀ ਸਮੱਸਿਆ ਹੁੰਦੀ ਹੈ ਉਹ ਤੁਹਾਡੇ ਬਈ ਪ੍ਰੋਗਰਾਮ ਨੂੰ ਕਰਨ ਲਈ ਸਾਧਨ ਜੁਟਾਉਣ ਦੀ ਹੈ। ਬਿਲਕੁਲ। ਔਰ ਫਾਈਨਾਂਸ ਦੀ ਜਿਹੜੀ ਹੈ ਉਹ ਸਭ ਤੋਂ ਵੱਡੀ ਹੁੰਦੀ ਹੈ। ਲੇਕਿਨ ਜਦੋਂ ਅਸੀਂ ਇਹ ਕੰਪੀਟੀਸ਼ਨ ਸ਼ੁਰੂ ਕੀਤਾ, ਸਿੰਗਿੰਗ ਕੰਪੀਟੀਸ਼ਨ, ਤਾਂ ਉਹ ਤਹਈਆ ਕੀਤਾ ਸੀ ਕਿ ਜੋ ਮਰਜ਼ੀ ਹੋ ਜਾਏ, ਘੱਟੋ ਘੱਟ 10 ਪ੍ਰੋਗਰਾਮ ਅਸੀਂ ਜ਼ਰੂਰ ਕਰਾਂਗੇ। ਉਹਦੇ 'ਚ ਅਸੀਂ 3-4 ਸਾਲ, 5 ਸਾਲ ਹੀ ਮੇਰਾ ਖਿਆਲ ਹੋ ਗਏ, ਅਸੀਂ ਆਪਣੇ ਯਾਰਾਂ ਮਿੱਤਰਾਂ ਦੋਸਤਾਂ ਦੀ, ਲਾਈਕ ਮਾਈਂਡਡ ਜਿਹੜੇ ਸੀ, ਔਰ ਉਹ ਸਮਝਦੇ ਸਨ ਜਿਹੜੇ
ਕਿ ਇਸ ਤਰ੍ਹਾਂ ਦੇ ਗੀਤਾਂ ਨੂੰ, ਪੁਰਾਣੇ ਦੌਰ ਦੇ ਗੀਤਾਂ ਨੂੰ ਸਾਨੂੰ ਪ੍ਰਮੋਸ਼ਨ ਦੇਣੀ ਚਾਹੀਦੀ ਹੈ। ਉਹ ਲੋਕ ਨਾਲ ਜੁੜੇ ਸੰਸਥਾ ਦੇ ਨਾਲ, ਅਤੇ ਉਹਨਾਂ ਦੀ ਸਹਾਇਤਾ ਨਾਲ ਅਸੀਂ ਆਪਸ ਵਿੱਚ ਕੰਟਰੀਬਿਊਸ਼ਨ ਕਰਕੇ ਅਤੇ ਅਸੀਂ ਉਹ ਪ੍ਰੋਗਰਾਮ 3-4 ਸਾਲ 5 ਸਾਲ ਇਸੇ ਤਰ੍ਹਾਂ ਹੀ ਕਰਵਾਉਂਦੇ ਰਹੇ। ਲੇਕਿਨ ਜੇ ਫਿਰ ਉਸ ਤੋਂ ਬਾਅਦ ਸਾਡੀ ਬਾਂਹ ਫੜੀ ਇੱਕ ਤਾਂ ਨਾਰਥ ਜ਼ੋਨ ਕਲਚਰ ਸੈਂਟਰ ਨੇ, ਕਿਉਂਕਿ ਸਾਡਾ ਜਿਹੜਾ ਮੁੱਖ ਤੌਰ 'ਤੇ ਖਰਚਾ ਹੁੰਦਾ ਸੀ ਉਹ ਸੀ ਅਕੰਪਨਿਸਟ ਦਾ, ਸਾਜ਼ਿੰਦਿਆਂ ਦਾ, ਕਿਉਂਕਿ 11-12 ਸਾਜ਼ਿੰਦਿਆਂ ਨੂੰ ਅੱਜ ਕੱਲ੍ਹ ਪੇਮੈਂਟ ਵੀ ਉਹਨਾਂ ਦੀ ਕਾਫੀ ਵੱਧ ਗਈ ਹੈ। ਤਾਂ ਸਾਨੂੰ ਸਭ ਤੋਂ ਵੱਡੀ ਦਿੱਕਤ ਉਹ ਆਈ, ਅਸੀਂ ਨਾਰਥ ਜ਼ੋਨ ਕਲਚਰ ਸੈਂਟਰ ਕੋਲ ਪਹੁੰਚ ਕੀਤੀ, ਉਹਨਾਂ ਨੇ ਸਾਡਾ ਹੱਥ ਫੜਿਆ ਅਤੇ ਉਹਨਾਂ ਨੇ ਕੁਛ ਮਦਦ ਕੀਤੀ। ਕੁਛ ਇੱਕ ਸਪੋਂਸਰ ਸਾਨੂੰ ਮਿਲੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਰੂਪ ਵਿੱਚ, ਬਾਕੀ ਤਾਂ ਲੋਕਲ ਇੱਕ ਦੋ ਛੋਟੇ ਮੋਟੇ ਸੀ, ਲੇਕਿਨ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਵੀ ਸਾਡੀ ਹੈਲਪ ਕੀਤੀ ਔਰ ਸਾਡੇ ਹੋਰ ਐਨਕਰੇਜਮੈਂਟ ਮਿਲੀ, ਚਲੋ ਕੋਈ ਨਹੀਂ, ਕੋਈ ਤਾਂ ਸਾਡੀ ਬਾਂਹ ਫੜਨ ਵਾਲਾ ਹੈਗਾ। ਅਤੇ ਫਿਰ ਸਾਡਾ ਹੁਣ ਖਰਚਾ ਜਾਂ ਜਿਹੜਾ ਜਿੰਨਾ ਕੁ ਵੀ ਖਰਚਾ ਸਾਡਾ ਹੁੰਦਾ ਸੀ ਉਹ ਤਕਰੀਬਨ ਬਰਾਬਰ ਜਿਹਾ ਹੋ ਗਿਆ। ਹਾਂ, ਇਹ ਨਹੀਂ ਹੋਇਆ ਵੀ ਹੁਣ ਅਸੀਂ ਆਪਣੇ ਜੇਬ 'ਚੋਂ ਲਾ ਕੇ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰ ਰਹੇ ਹਾਂ। ਉਹ ਕਹਿੰਦੇ ਨੇ ਕਿ ਚੰਗੀ ਨੀਅਤ ਨਾਲ ਸ਼ੁਰੂ ਕੀਤਾ ਗਿਆ ਕੰਮ ਹਮੇਸ਼ਾ ਉਹਦੀ ਸਕਸੈਸ ਹੈ ਉਹ ਹਮੇਸ਼ਾ ਦੁਆਵਾਂ ਦੇ ਨਾਲ ਅੱਗੇ ਵੱਧਦੀ ਰਹਿੰਦੀ ਹੈ। ਜੀ। ਸੋ ਹੁਣ ਦੇਖਿਆ ਜਾ ਰਿਹਾ ਕਿ ਜਿਸ ਤਰ੍ਹਾਂ ਇਹ ਪੂਰਾ ਇੱਕ ਨਾਰਥ ਜਿਹੜਾ ਇੰਡੀਆ ਹੈ ਇਸ ਦੇ ਨਾਲ ਜੁੜ ਗਿਆ, ਅਤੇ ਕਿਹੜੇ ਸ਼ਹਿਰਾਂ ਤੋਂ ਜਿਹੜੇ ਅਗਰ ਕੰਪੀਟੀਸ਼ਨ ਵਾਸਤੇ ਲੋਕ ਆ ਜਾਂਦੇ ਨੇ ਜਾਂ ਸਿੰਗਰਸ ਕੰਪੀਟੀਸ਼ਨ? ਦੇਖੋ 3-4 ਰਾਜਾਂ 'ਚੋਂ, ਉੱਤਰ ਪ੍ਰਦੇਸ਼ 'ਚੋਂ, ਪੰਜਾਬ 'ਚ ਤਾਂ ਆਉਂਦੇ ਬਹੁਤ ਥਾਵਾਂ ਤੋਂ, ਅਤੇ ਉੱਤਰ ਪ੍ਰਦੇਸ਼, ਚੰਡੀਗੜ੍ਹ, ਯੂਪੀ ਉੱਤਰ ਪ੍ਰਦੇਸ਼ ਹੋ ਹੀ ਗਿਆ। ਅਤੇ ਈਵਨ ਕਿ ਸਾਨੂੰ 10ਵੇਂ ਪ੍ਰੋਗਰਾਮ ਤੋਂ 3-4 ਸਾਲ ਪਹਿਲਾਂ ਬੜੀ ਖੁਸ਼ੀ ਹੋਈ, ਰਾਜਸਥਾਨ 'ਚੋਂ 2 ਐਂਟਰੀਆਂ ਆਈਆਂ ਸਾਨੂੰ, ਔਰ ਰਾਜਸਥਾਨ 'ਚੋਂ ਵੀ ਪਾਰਟੀਸਪੇਟ ਕਰਨ ਆਏ, ਅਤੇ ਦਿੱਲੀ ਤੋਂ ਵੀ ਕਾਫੀ ਲੋਕ ਆਏ, ਹਿਮਾਚਲ 'ਚੋਂ ਵੀ, ਹਿਮਾਚਲ ਪ੍ਰਦੇਸ਼ ਤੋਂ ਵੀ ਕਈ ਸਿੰਗਰ ਆਏ, ਕਿਉਂਕਿ ਜਿਉਂ-ਜਿਉਂ ਪਬਲਿਸਿਟੀ ਹੁੰਦੀ ਰਹੀ ਕਿ ਇਸ ਤਰ੍ਹਾਂ ਦਾ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਉਹ ਪਟਿਆਲੇ 'ਚ ਹੁੰਦਾ ਹੈ, ਅਤੇ ਹੌਲੀ-ਹੌਲੀ ਕਾਫੀ ਇਹ ਗਿਣਤੀ ਵੱਧਦੀ ਜਾ ਰਹੀ। ਉਮੀਦ ਕਰਦੇ ਹਾਂ ਕਿ ਇਹ ਗਿਣਤੀ ਪੂਰੇ ਦੇਸ਼ ਵਿੱਚ, ਪੂਰੇ ਇੰਡੀਆ ਵਿੱਚ ਫੈਲ ਜਾਵੇ। ਸੋ ਪਰਵਾਨਾ ਜੀ, ਹੁਣ 31 ਜੁਲਾਈ ਫੇਰ ਆਉਣ ਵਾਲੀ ਹੈ, ਅਤੇ ਇਸ 31 ਜੁਲਾਈ ਦੇ ਲਈ ਤੁਹਾਡੀ ਸੰਸਥਾ ਕੀ ਆਰਗੇਨਾਈਜ਼ ਕਰਨ ਜਾ ਰਹੀ ਹੈ, ਕੀ ਲੈ ਕੇ ਆ ਰਹੀ ਹੈ? ਦੇਖੋ, ਤੁਹਾਨੂੰ ਪਤਾ ਹੀ ਹੈ ਕੋਵਿਡ ਕਾਲ ਚੱਲ ਰਿਹਾ, ਬਹੁਤ ਸਾਰੀਆਂ ਪਾਬੰਦੀਆਂ ਨੇ, ਅਜੇ ਵੀ ਰੈਸਟ੍ਰਿਕਸ਼ਨਸ ਨੇ ਕਿ ਤੁਸੀਂ ਇੰਨਾ ਇਕੱਠ, ਕਿਉਂਕਿ 100 ਬੰਦਿਆਂ ਤੋਂ ਘੱਟ ਹੀ ਇਕੱਠ ਕਰਨਾ, ਔਰ ਅਸੀਂ ਪ੍ਰਸ਼ਾਸਨ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਜ਼ਰੂਰ ਮੰਨਾਂਗੇ, ਉਹਨਾਂ ਨੂੰ ਅਡਾਪਟ ਕਰਾਂਗੇ, ਔਰ ਅਸੀਂ ਇੱਕ ਛੋਟਾ ਜਿਹਾ ਸ਼ਰਧਾਂਜਲੀ ਸਮਾਗਮ 31 ਜੁਲਾਈ ਨੂੰ ਜ਼ਰੂਰ ਅਸੀਂ ਕਰਵਾ ਰਹੇ ਹਾਂ, ਔਰ ਉਹਦੇ ਵਿੱਚ 100 ਤੋਂ ਘੱਟ ਹੀ ਜਿਹੜੀ ਆਡੀਅנס ਹੋਏਗੀ, ਸਿਰਫ ਉਹ ਹੀ ਪਾਰਟੀਸਪੇਟ ਕਰਨਗੇ ਜਾਂ ਦੇਖਣ ਆਉਣਗੇ ਜਿਨ੍ਹਾਂ ਨੂੰ ਅਸੀਂ WhatsApp ਰਾਹੀਂ ਮੈਸੇਜ ਭੇਜਾਂਗੇ ਜਾਂ ਫੋਨ ਕਰਾਂਗੇ, ਕਿਉਂਕਿ ਸਾਡੇ ਅਕਸਰ ਪ੍ਰੋਗਰਾਮ 'ਚ ਜਿਹੜਾ ਕੰਪੀਟੀਸ਼ਨ ਹੁੰਦਾ ਉਹਦੇ 'ਚ ਇੰਨੀ ਜਨਤਾ ਆ ਜਾਂਦੀ ਹੈ ਕਿ ਕਈ ਵਾਰ ਸਾਡੇ ਤੋਂ ਸਾਂਭੀ ਨਹੀਂ ਜਾਂਦੀ, ਹਾਲ ਖਚਾ-ਖਚ ਭਰਿਆ ਹੁੰਦਾ ਕਿ ਲੋਕ ਬਾਹਰ ਖੜ੍ਹੇ ਹੁੰਦੇ ਨੇ, ਖੜ੍ਹ ਕੇ ਪ੍ਰੋਗਰਾਮ ਉਹ ਹਾਲ ਦੇ ਵਿੱਚ ਉਹ ਵੇਖਦੇ ਨੇ ਪ੍ਰੋਗਰਾਮ। ਉਹ ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦੀ ਨੌਬਤ ਹੈ, ਅਸੀਂ ਕਿਸੇ ਤਰ੍ਹਾਂ ਦੀ ਪਬਲਿਸਿਟੀ ਵੀ ਨਹੀਂ ਕਰ ਰਹੇ ਇਸ ਪ੍ਰੋਗਰਾਮ ਦੀ, ਜਸਟ ਇੱਕ ਸ਼ਰਧਾਂਜਲੀ, ਕਿਉਂਕਿ 2 ਸਾਲ ਕੁਛ ਨਹੀਂ ਕੀਤਾ, ਅਤੇ ਐਤਕੀ ਮਿੱਤਰ ਕਹਿਣ ਲੱਗੇ, ਦੋਸਤ ਕਹਿਣ ਲੱਗੇ ਕਿ ਛੋਟਾ ਮੋਟਾ ਸ਼ਰਧਾਂਜਲੀ ਸਮਾਗਮ ਕਰਨਾ ਚਾਹੀਦਾ। ਉਹਦੇ ਵਿੱਚ ਅਸੀਂ ਕੈਰੋਕੇ 'ਤੇ ਸਿੰਗਿੰਗ ਹੋਏਗੀ, ਔਰ 20-25 ਲੋਕਲ ਸਿੰਗਰ ਗੀਤ ਗਾਉਣਗੇ, ਅਤੇ ਬਸ ਛੋਟਾ ਜਿਹਾ ਸ਼ਰਧਾਂਜਲੀ ਸਮਾਗਮ ਕਰਾਂਗੇ। ਇਹਦੇ ਲਈ ਜਿਹੜੀਆਂ ਐਂਟਰੀਜ਼ ਨੇ ਜਾਂ ਫਿਰ ਨਹੀਂ, ਐਂਟਰੀਜ਼ ਦਾ ਤਾਂ ਉਹ ਕੰਪੀਟੀਸ਼ਨ ਤਾਂ ਹੈ ਨਹੀਂ ਨਾ, ਐਂਟਰੀਜ਼ ਦਾ ਤਾਂ ਕੋਈ ਮਤਲਬ ਹੀ ਨਹੀਂ। ਉਹ ਜਿਹੜੇ ਲੋਕਲ ਸਿੰਗਰ ਨੇ ਉਹ ਸਾਰੇ ਵਾਕਫਕਾਰ ਨੇ, ਉਹਨਾਂ ਨੂੰ ਅਸੀਂ ਕੰਟੈਕਟ ਕਰ ਲਿਆ ਅਤੇ ਉਹਨਾਂ ਦੀ ਲਿਸਟ ਬਣ ਗਈ ਹੈ, ਬਸ ਉਹ ਸਿੰਗਰ ਉਹਨਾਂ ਨੂੰ ਕਹਾਂਗੇ ਵੀ ਆ ਕੇ ਗੀਤ ਗਾਓ ਜੀ। ਪਰਵਾਨਾ ਜੀ, ਤੁਹਾਡੀ ਸੰਸਥਾ ਜਿਹੜੀ ਦ ਰਾਮਗੜੀਆ ਕਲਚਰਲ ਐਂਡ ਵੈਲਫੇਅਰ ਕਾਉਂਸਿਲ ਜੋ ਹੈ, ਕਿ ਸੰਗੀਤਿਕ ਮੁਕਾਬਲਿਆਂ ਤੋਂ ਇਲਾਵਾ ਕੁਛ ਹੋਰ ਵੀ ਤਰ੍ਹਾਂ ਦੀ ਐਕਟੀਵਿਟੀਜ਼ ਕਰ ਰਹੀ ਹੈ? ਹੋਰ ਤਾਂ ਕੁਝ ਜ਼ਿਆਦਾ ਤਾਂ ਨਹੀਂ, ਲੇਕਿਨ ਕਹਿੰਦੇ ਨੇ ਨਾ ਕਿਸੇ ਲਈ ਕੁਛ ਦਾਨ ਪੁੰਨ ਦਾ ਕੰਮ ਕਰੋ ਤਾਂ ਕਹਿੰਦੇ ਨੇ ਉਹਦੀ ਆਤਮਾ ਨੂੰ ਸ਼ਾਂਤੀ ਮਿਲਦੀ ਜਾਂਦਾ ਹੈ, ਆਤਮਾ ਦੇ ਕੰਮ ਆਉਂਦਾ ਹੈ। ਅਤੇ ਅਸੀਂ ਇਹੀ ਸੋਚ ਕੇ ਕਿ ਰਫੀ ਸਾਹਿਬ ਲਈ ਕੁਝ ਕੀਤਾ, ਉਹਨਾਂ ਦੇ ਨਾਂ 'ਤੇ ਕੁਝ ਕੀਤਾ ਜਾਵੇ, ਅਸੀਂ ਕਈ ਸਾਲ ਚੈਰਿਟੀ, ਕੋਈ ਦਾਨ ਪੁੰਨ ਦਾ ਵੀ ਕਰਕੇ ਅਸੀਂ ਆਪਣਾ ਸਮਾਜ ਪ੍ਰਤੀ ਫਰਜ਼ ਨਿਭਾਇਆ। ਉਹਦੇ ਵਿੱਚ ਅਸੀਂ ਕਈ ਵਾਰ ਪਿੰਗਲਵਾੜੇ ਨੂੰ ਰਾਸ਼ਨ ਦਿੱਤਾ, ਔਰ ਬੱਚਿਆਂ ਨੂੰ, ਸਕੂਲੀ ਵਿਦਿਆਰਥੀਆਂ ਨੂੰ ਸਟੇਸ਼ਨਰੀ ਔਰ ਹੋਰ ਸਮਾਨ ਦੇਣ ਦੇ ਨਾਲ ਨਾਲ ਕਈਆਂ ਨੂੰ ਇੱਥੇ ਲਾਹੌਰੀ ਗੇਟ ਹੈ,
ਇੱਕ ਅਨਾਥ ਆਸ਼ਰਮ, ਜੀ ਜੀ, ਉੱਥੇ ਅਸੀਂ ਉਹਨਾਂ ਨੂੰ ਲੰਚ ਦਿੱਤਾ। ਅਮਰ ਆਸ਼ਰਮ 'ਚ ਅਸੀਂ ਬੜਾ ਏ ਕਲਾਸ ਲੰਚ ਉੱਥੋਂ ਦੇ ਗੂੰਗੇ ਅਤੇ ਨੇਤਰਹੀਣ ਜਿਹੜੇ ਬੱਚੇ ਨੇ ਜੀ, ਉਹਨਾਂ ਨੂੰ ਲੰਚ ਦਿੱਤਾ, ਕੱਪੜੇ ਦਿੱਤੇ। ਇਸ ਤਰ੍ਹਾਂ ਅਸੀਂ ਰਫੀ ਸਾਹਿਬ ਦੀ ਯਾਦ ਵਿੱਚ ਕੁਛ ਚੈਰਿਟੀ ਦੀ ਐਕਟੀਵਿਟੀਜ਼ ਵੀ ਕਰਦੇ ਰਹੇ ਹਾਂ। ਜੀ ਵਾਕਈ ਬਹੁਤ ਅੱਛਾ ਲੱਗਿਆ, ਕਿਉਂਕਿ ਇਸ ਤਰ੍ਹਾਂ ਦੇ ਕੰਮ ਕਰਨਾ, ਇਹਦੇ ਲਈ ਸਭ ਤੋਂ ਪਹਿਲਾਂ ਤਾਂ ਹੌਸਲਾ ਚਾਹੀਦਾ ਹੁੰਦਾ ਹੈ ਔਰ ਜਨੂੰਨ ਵੀ ਚਾਹੀਦਾ ਹੁੰਦਾ, ਜੋ ਸਾਨੂੰ ਅੱਜ ਤੁਹਾਡੇ ਵਿੱਚ ਵੀ ਦਿਖ ਰਿਹਾ ਕਿ ਵਾਕਈ ਤੁਸੀਂ ਵੀ ਇੱਕ ਡਾਈ ਹਾਰਡ ਫੈਨ ਜਿਹੜੇ ਨਾ ਉਸਦੀ ਪਰਸਨੈਲਿਟੀ ਬਣ ਕੇ ਆ ਰਹੇ ਹੋ। ਤੁਸੀਂ ਜਨੂੰਨ ਦੀ ਗੱਲ ਕੀਤੀ ਹੈ ਜੀ, ਔਰ ਰਫੀ ਸਾਹਿਬ ਦੇ ਸੰਬੰਧ ਵਿੱਚ ਸਾਡੀ ਜਿਹੜੀ ਸੰਸਥਾ ਹੈ ਔਰ ਹੋਰ ਜਿਹੜੇ ਅਹੁਦੇਦਾਰ ਨੇ ਉਹ ਸਾਰੇ ਜਨੂੰਨੀ ਨੇ। ਬਿਲਕੁਲ, ਰਫੀ ਸਾਹਿਬ ਨਾਲ ਬਹੁਤ ਜਿਹੜੀ ਹੈ ਮੁਹੱਬਤ, ਇਸ਼ਕ ਉਹ ਰਫੀ ਸਾਹਿਬ ਨਾਲ ਕਰਦੇ ਆ। ਸੋ ਉਮੀਦ ਕਰਦੇ ਹਾਂ ਕਿ ਇਸ ਜਿਹੜਾ ਵਕਤ ਚੱਲ ਰਿਹਾ ਜੋ ਇਸ ਟਾਈਮ ਕੋਵਿਡ ਦਾ, ਅਤੇ ਤੁਸੀਂ ਇਹ ਪ੍ਰੋਗਰਾਮ ਇਸ ਵਾਰੀ ਨਹੀਂ ਹੋ ਪਾ ਰਿਹਾ, ਲੇਕਿਨ ਉਮੀਦ ਕਰਦੇ ਹਾਂ ਕਿ ਅਗਲਾ ਸਾਲ ਤੁਹਾਡੇ ਲਈ, ਤੁਹਾਡੀ ਜਿਹੜੀ ਕਾਉਂਸਲ ਹੈ ਉਹਦੇ ਲਈ ਇੱਕ ਵਧੀਆ ਸਾਲ ਹੋਵੇ ਔਰ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਹ ਪ੍ਰੋਗਰਾਮ ਅੱਗੇ ਵੀ ਉਲੀਕੋ ਔਰ 11ਵੇਂ ਪੜਾਵ ਦੇ ਵਿੱਚ ਜਾਏ ਔਰ ਵੱਧ ਤੋਂ ਵੱਧ ਜਿਹੜੇ ਲੋਕ ਇਸ ਨਾਲ ਜੁੜਨ। ਅਸੀਂ ਵੀ ਚਾਹੁੰਦੇ ਹਾਂ ਕਿ ਆ ਕੋਵਿਡ ਕਰੋਨਾ ਸਾਡਾ ਛੇਤੀ ਖਹਿੜਾ ਛੱਡੇ। ਬਿਲਕੁਲ। ਔਰ ਫਿਰ ਉਸੇ ਤਰ੍ਹਾਂ ਖੁਸ਼ੀਆਂ ਜਿਹੜੀਆਂ ਨੇ ਵੱਡੀ ਤਾਦਾਦ ਦੇ ਵਿੱਚ ਅਸੀਂ ਉਸੇ ਤਰ੍ਹਾਂ ਸਿੰਗਿੰਗ ਕੰਪੀਟੀਸ਼ਨ ਕਰੀਏ ਔਰ ਸਾਨੂੰ ਵੀ ਖੁਸ਼ੀ ਹੋਵੇ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਸੁਨਹਿਰੀ ਯੁੱਗ ਦੇ ਜਿਹੜੇ ਗੀਤ ਨੇ, ਰਫੀ ਸਾਹਿਬ ਦੇ ਗੀਤ ਨੇ, ਉਹ ਲੋਕਾਂ ਤੱਕ ਪਹੁੰਚਣ। ਇਹੀ ਸਾਡੀ ਕਾਮਨਾ ਹੈ। ਜੀ, ਹੁਣ ਜਿਸ ਤਰ੍ਹਾਂ ਇਹ ਪ੍ਰੋਗਰਾਮ ਹਮੇਸ਼ਾ ਮੁਹੰਮਦ ਰਫੀ ਸਾਹਿਬ ਜੀ ਦੇ ਨਾਲ ਹੀ ਰਿਲੇਟਿਡ ਹੈਗਾ ਔਰ ਗੱਲਬਾਤ ਵੀ ਉਹਨਾਂ ਦੀ ਚੱਲ ਰਹੀ ਹੈ, ਥੋੜ੍ਹਾ ਜਿਹਾ ਉਹਨਾਂ ਬਾਰੇ ਆਵਾਂਗੇ ਕਿਉਂਕਿ ਜਾਣਨਾ ਚਾਹਾਂਗੇ ਹੋਰ ਉਹਨਾਂ ਦੀ ਪਰਸਨੈਲਿਟੀ ਦੇ ਬਾਰੇ, ਉਹਨਾਂ ਦੀ ਸ਼ਖਸੀਅਤ ਦੇ ਬਾਰੇ, ਕਿਉਂਕਿ ਅਸੀਂ ਉਸ ਟਾਈਮ ਸ਼ਾਇਦ ਪੈਦਾ ਵੀ ਨਹੀਂ ਹੋਏ ਸੀ, ਪਰ ਗੀਤ ਸੁਣਦੇ ਹਾਂ ਤਾਂ ਇੱਦਾਂ ਲੱਗਦਾ ਹੈ ਜਿੱਦਾਂ ਅੱਜ ਹੀ ਸ਼ਾਇਦ ਉਹ ਕਿਤੇ ਹੋਰ ਬੈਠ ਕੇ ਗਾ ਜ਼ਰੂਰ ਰਹੇ ਨੇ, ਅਤੇ ਅਸੀਂ ਸ਼ਾਇਦ ਉਹਨਾਂ ਨਹੀਂ ਜਾਣਦੇ, ਪਰ ਤੁਸੀਂ ਉਹਨਾਂ ਨੂੰ ਮਹਿਸੂਸ ਵੀ ਕੀਤਾ ਹੈ ਔਰ ਤੁਸੀਂ ਉਹਨਾਂ ਦੇ ਗਾਣੇ ਬਹੁਤ ਗਾਏ ਨੇ, ਅਤੇ ਤੁਸੀਂ ਉਹਨਾਂ ਦੇ ਬਾਰੇ ਕੁਝ ਸਾਨੂੰ ਹੋਰ ਦੱਸੋ। ਰਫੀ ਸਾਹਿਬ ਦੀ ਜਿੰਨੀ ਤਾਰੀਫ ਕੀਤੀ ਜਾਏ ਨਾ ਜੀ ਉਨੀ ਘੱਟ ਹੈ। ਜੀ, ਦੇਖੋ ਉੱਚ ਕੋਟੀ ਦੇ ਗਾਇਕ ਕਲਾਕਾਰ ਤਾਂ ਉਹ ਹੈ ਹੀ ਸਨ ਔਰ ਫਿਲਮ ਇੰਡਸਟਰੀ ਦੇ ਵਿੱਚ ਜਿੰਨੀ ਇੱਜ਼ਤ ਸ਼ੋਹਰਤ ਰਫੀ ਸਾਹਿਬ ਨੂੰ ਮਿਲੀ ਹੈ ਉਨੀ ਮੈਂ ਕਹਿ ਸਕਦਾ ਕਿਸੇ ਹੋਰ ਗਾਇਕ ਕਲਾਕਾਰ ਦੇ ਹਿੱਸੇ ਨਹੀਂ ਆਈ। ਉਹਨਾਂ ਨੂੰ ਫਰਿਸ਼ਤਾ ਰੂਪੀ ਗਾਇਕ ਕਲਾਕਾਰ ਕਿਹਾ ਗਿਆ। ਫਰਿਸ਼ਤੇ ਸਨ, ਫਰਿਸ਼ਤੇ। ਔਰ ਅੱਜ ਵੀ ਤੁਸੀਂ ਕਿਹਾ ਗਾ ਰਹੇ ਹੋਣਗੇ, ਬਿਲਕੁਲ ਉਹ ਸਵਰਗਾਂ 'ਚ ਬੈਠੇ ਗਾ ਰਹੇ ਹੋਣਗੇ। ਔਰ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਨਾ ਉਹ ਬਹੁਤ ਕਾਬਲੇ ਤਾਰੀਫ ਹੈ ਔਰ ਨੇਕ ਇਨਸਾਨ ਤਾਂ ਹੈ ਹੀ ਸਨ ਔਰ ਲੋੜਵੰਦ ਦੀ ਮਦਦ ਉਹ ਕਰਦੇ ਸਨ ਅਤੇ ਹਮੇਸ਼ਾ ਤਤਪਰ ਰਹਿੰਦੇ ਸਨ। ਔਰ ਕਈ ਫਿਲਮਾਂ 'ਚ ਉਹਨਾਂ ਨੇ, ਖਾਸ ਕਰਕੇ ਪੰਜਾਬੀ ਫਿਲਮਾਂ 'ਚ ਵੀ ਉਹਨਾਂ ਨੇ ਕਈਆਂ ਤੋਂ ਜੇ ਕਹਿ ਦਿੱਤਾ ਰਫੀ ਸਾਹਿਬ ਗੀਤ ਤੁਹਾਡੇ ਤੋਂ ਕਰਵਾਉਣਾ ਤਾਂ ਕਈ ਫਿਲਮਾਂ 'ਚ ਉਹਨਾਂ ਨੇ ਬਿਨ ਕੁਛ ਵੀ ਚਾਰਜ ਕੀਤੇ ਉਸ ਫਿਲਮ ਦੇ ਗੀਤ ਗਾਏ ਹੈ। ਇਹ ਸਿਰਫ ਸ਼ਖਸੀਅਤ ਸੀ ਇਸ ਤਰ੍ਹਾਂ ਦੀ ਰਫੀ ਸਾਹਿਬ ਦੀ। ਜੀ, ਬਾਕੀ ਸੁਣ ਕੇ ਜਦੋਂ ਲੱਗਦਾ ਹੈ, ਜਦੋਂ ਆਪਾਂ ਕੋਈ ਗੱਲਬਾਤ ਸੁਣਦੇ ਹਾਂ ਕਿਸੇ ਦੇ ਬਾਰੇ, ਤੇ ਇੱਕ ਵਾਰ ਤਮੰਨਾ ਜ਼ਰੂਰ ਜਾਗਦੀ ਹੈ ਦਿਲ ਦੇ ਵਿੱਚ ਕਿ ਉਸ ਇਨਸਾਨ ਨਾਲ ਅਸੀਂ ਕਿਉਂ ਨਹੀਂ ਮਿਲ ਪਾਏ, ਜਾਂ ਫਿਰ ਇੱਕ ਤਮੰਨਾ ਜੀ ਵਿੱਚ ਰਹੀ ਜਾਂਦੀ ਹੈ। ਸੋ ਪਰਵਾਨਾ ਜੀ, ਪਿੱਛੇ ਜੇ ਰਫੀ ਸਾਹਿਬ ਦੇ ਫੈਨਸ ਵੱਲੋਂ ਇੱਕ ਡਿਮਾਂਡ ਕੀਤੀ ਗਈ ਸੀ ਉਹਨਾਂ ਨੂੰ ਭਾਰਤ ਰਤਨ ਦੇਣ ਦੀ, ਅਤੇ ਜੋ ਕਿ ਹਜੇ ਤੱਕ ਸ਼ਾਇਦ ਸਰਕਾਰ ਵੱਲੋਂ ਜਾਂ ਸੁਣਿਆ ਨਹੀਂ ਜਾ ਰਿਹਾ ਜਾਂ ਇੱਦਾਂ ਦਾ ਕੁਝ ਹੋਇਆ ਨਹੀਂ, ਅਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ? ਬਿਲਕੁਲ ਸਾਹਿਬਾ ਜੀ, ਸਰਕਾਰਾਂ ਨੇ ਹਮੇਸ਼ਾ ਅਣਗੌਲਿਆਂ ਹੀ ਕੀਤਾ ਇਸ ਮੰਗ ਨੂੰ। ਰਫੀ ਸਾਹਿਬ ਦੇ ਜਿਹੜੇ ਕਰੋੜਾਂ ਭਗਤ ਨੇ ਉਹਨਾਂ ਨੇ ਬਹੁਤ ਦੇਰ ਤੋਂ ਇਹ ਮੰਗ ਕਰ ਰਹੇ ਨੇ। ਅਸੀਂ ਜੰਤਰ ਮੰਤਰ ਦਿੱਲੀ 'ਤੇ ਧਰਨਾ ਵੀ ਦੇ ਕੇ ਆਏ ਕਿ ਵੀ ਤੁਸੀਂ ਰਫੀ ਸਾਹਿਬ ਨੂੰ ਭਾਰਤ ਰਤਨ ਕਿਉਂ ਨਹੀਂ ਦੇ ਰਹੇ। ਇੰਨਾ ਉਹਨਾਂ ਦਾ ਵਡਮੁੱਲਾ ਯੋਗਦਾਨ ਹੈ ਫਿਲਮ ਸੰਗੀਤ ਗਾਇਕੀ 'ਚ, ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਸਰਕਾਰਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਅਤੇ ਲੇਕਿਨ ਕਈ ਜਿਹੜੇ ਸ਼ਰਧਾਲੂ ਨੇ, ਕਾਫੀ ਹੱਦ ਤੱਕ ਅਸੀਂ ਵੀ ਫਿਰ ਸਹਿਮਤ ਹਾਂ ਕਿ ਰਫੀ ਸਾਹਿਬ ਨੂੰ ਭਾਰਤ ਰਤਨ ਜਿਹੜਾ ਐਵਾਰਡ ਹੈ, ਐਜਾਜ਼ ਜਿਹੜਾ ਉਹ ਦੇਣਾ ਹੈ, ਉਹ ਬਹੁਤ ਛੋਟਾ ਹੈ। ਉਹਨਾਂ ਦੇ ਫੈਨ ਕਹਿੰਦੇ ਨੇ ਕਿ ਰਫੀ ਸਾਹਿਬ ਲਈ ਭਾਰਤ ਰਤਨ ਦੀ ਮੰਗ ਕਰਨੀ ਬੜੀ ਛੋਟੀ ਗੱਲ ਹੈ। ਰਫੀ ਸਾਹਿਬ ਤਾਂ ਵਿਸ਼ਵ ਰਤਨ ਨੇ, ਤੁਸੀਂ ਕਿਉਂ ਉਹਨਾਂ ਨੂੰ ਛੋਟਾ ਕਰ ਰਹੇ ਹੋ? ਰਫੀ ਸਾਹਿਬ ਵਿਸ਼ਵ ਰਤਨ, ਇਸ ਕਰਕੇ ਭਾਰਤ ਰਤਨ ਦੀ ਮੰਗ ਕਰਨਾ, ਸਾਡੇ ਜਿਹੜੇ ਕਈ ਫੈਨ ਨੇ ਰਫੀ ਸਾਹਿਬ ਦੇ, ਉਹ ਕਹਿੰਦੇ ਨੇ ਇਹ ਮੰਗ ਜਿਹੜੀ ਹੈ ਉਹ ਮੁਨਾਸਿਬ ਨਹੀਂ ਹੈ। ਸੋ ਇਸ ਕਰਕੇ ਉਹ ਤਾਂ ਵਿਸ਼ਵ ਰਤਨ ਨੇ।
ਆ ਗੱਲ ਹੈ। ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਕੁਝ ਇਨਸਾਨ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਤੁਲਨਾ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ। ਬਿਲਕੁਲ। ਤੇ ਵਾਕਈ ਰਫੀ ਸਾਹਿਬ ਜੀ ਦੇ ਬਾਰੇ ਜਿੰਨਾ ਵੀ ਕਿਹਾ ਜਾਏ ਜਾਂ ਦੱਸਿਆ ਜਾਏ ਉਹ ਬਹੁਤ ਘੱਟ ਹੈ, ਕਿਉਂਕਿ ਅਸੀਂ ਸ਼ਾਇਦ ਉਹਨਾਂ ਨੂੰ ਨਹੀਂ ਦੇਖਿਆ, ਸਾਡੇ ਦਰਮਿਆਨ ਨਹੀਂ ਨੇ ਉਹ, ਪਰ ਜਿੰਨਾ ਅਸੀਂ ਸੁਣਦੇ ਹਾਂ, ਜਿੰਨਾ ਦੇਖਦੇ ਹਾਂ, ਤੇ ਉਸ ਤਰ੍ਹਾਂ ਹੀ ਅਸੀਂ ਉਹਨਾਂ ਦੇ ਕਰੀਬ ਜ਼ਰੂਰ ਚਲੇ ਜਾਂਦੇ ਹਾਂ ਇੱਕ ਨਾ ਇੱਕ। ਜੀ ਬਿਲਕੁਲ। ਤੇ ਸਰ ਚਾਹਾਂਗੀ ਕਿ ਇੱਕ ਗੀਤ ਜੋ ਉਹਨਾਂ ਦੀ ਯਾਦ ਵਿੱਚ ਹੋਰ ਹੋ ਜਾਵੇ। ਅੱਛਾ, ਮੈਂ ਫਿਰ ਉਹੀ ਜਿਹੜਾ ਰਫੀ ਸਾਹਿਬ ਕਹਿ ਗਏ ਸੀ ਜੀ ਕਿ ਤੁਸੀਂ ਮੈਨੂੰ ਜਿੱਥੇ ਮਰਜ਼ੀ ਜਿੰਨੀ ਮਰਜ਼ੀ ਦੇਰ ਲੱਗ ਜੇ, ਮੇਰੇ ਵਰਗਾ ਤੁਹਾਨੂੰ ਕਲਾਕਾਰ ਨਹੀਂ ਲੱਭਣਾ। ਬਿਲਕੁਲ। तुम मुझे यूं भुला ना पाओगे, हाँ तुम मुझे यूं भुला ना पाओगे, जब कभी भी सुनोगे गीत मेरे, संग संग तुम भी गुनगुनाओगे, हाँ तुम मुझे यूं भुला ना पाओगे, हो तुम मुझे यूं। वाकई उन्होंने कोई नहीं भुला सकता। मैनू नहीं लगता कि कोई ऐसा इंसान जिहड़ा होएगा जिन्होंने उन्होंने सुनिया वो अपने दिल च उन्होंने कट सकता है। एक बारी वो बस सुनन दी देर है कि दिल च ही उतर जाते, सीधे रूह च उतर जाते हैं सर। वाकई परवाना जी, मोहम्मद रफ़ी साहब एक अजीम शख्सियत ने हिंदुस्तान दी, जिन्होंने अज भी सिर्फ साडे देश ते ही नहीं बल्कि पूरी दुनिया दे कोने कोने दे जिहड़े लोग दुनिया च फसते ने वो याद करते हैं। अज भी उन्होंने लैके वो जिंदा ने, और कई तो इन्ने ज़्यादा उन्होंने जिहड़ी उन्होंने जिहड़ा प्यार है इस कदर तक है कि लोग उन्होंने श्रद्धालु भी बन चुके हैं। उन्होंने नाँ दे मंदिर उन्होंने जिहड़े घर च बनाए हुए ने, कई उन्होंने पूजा करते हैं, कई उन्होंने अज भी गुरु मानते हैं। मैं तुहानूं दसदा कि गुजरात के अहमदाबाद च, लखनऊ, दिल्ली जी एक होर है उन्हों का बहुत वड्डा भगत, वो स्टेट का मैनू शायद MP है मध्य प्रदेश, उत्थे उन्होंने रफ़ी साहब की याद च बहुत बड़े मंदिर बनाए हुए हैं, और सवेरे शाम वो अगरबत्ती जला के रफ़ी साहब की आराधना करते हैं, पूजा करते हैं उन्होंने। और ये जड़ा मुकाम है, ये जड़ी उन्होंने हासिल है जो रफ़ी साहब, ये सिर्फ रफ़ी साहब नूं ही हासिल है। बिल्कुल। सो परवाना जी, मन तो बहुत कर रहा है कि असी होर उन्होंने बारे जानिए और होर थोड़े तो उन्होंने गल्लां सुनिए, क्योंकि बहुत अच्छा लग रहा है, पर समा जड़ा है ना हमेशा सानू पाबंद कर जाता है किते ना किते। सो स्टूडियो की घड़ियां भी सानू होर इजाजत नहीं दे रही प्रोग्राम नूं अगे वधाउण दी, लेकिन कोशिश जरूर करांगे कि अजिहे प्रोग्राम तुहाडे लई होर वध तो वध लैके आइए, ताकि जिहड़ी इन्फॉर्मेशन है उन्हां लोकां तक भी पहुँचे जो इस दौर दे विचों नहीं गुजरे या इस दौर के गीत नहीं सुन पाते। सो परवाना जी, बहुत बहुत धन्यवाद साडे प्रोग्राम दे विच आउण लई। ते आखिर दे विच मैं इरविंदर आलूवालिया जी दा और ग्लोबल पंजाब चैनल का बहुत आभारी हाँ, मशकूर हाँ कि उन्होंने मैनू रफ़ी साहब बारे चंद गल्लां करन दा मौका दिता। बहुत बहुत धन्यवाद जी। सो अज का प्रोग्राम मैं इत्थे ही खत्म कर दिया, दिओ इजाजत, सत श्री अकाल। हुण तुसी देख सकते हो ग्लोबल पंजाब TV नू डाउनलोड करो साडी ऐप एंड्रॉयड जां iOS ते फ्री विच, roku अते Amazon Fire TV ते जां Apple TV ते नाल ही देख सकते हो लाइव स्ट्रीमिंग www.globalpunjabtv.com ते।